हाँ जी, ਅੱਜ ਆਪਾਂ ਗੱਲ ਕਰਾਂਗੇ 21ਵੀਂ ਸਦੀ ਦੀ ਉਹ ਸਭ ਤੋਂ ਵੱਡੀ ਰਹੱਸਮਈ ਘਟਨਾ ਦੇ ਬਾਰੇ ਜਿਹਦਾ ਅੱਜ ਤੱਕ ਪਤਾ ਨਹੀਂ ਲੱਗਿਆ। ਜੀ ਹਾਂ, ਅੱਜ ਆਪਾਂ ਗੱਲ ਕਰਾਂਗੇ MH370 ਬਾਰੇ। ਆਖਿਰ ਉਸ ਫਲਾਈਟ ਨਾਲ ਹੋਇਆ ਕੀ ਸੀ? ਉਹ ਕਿੱਥੇ ਗਾਇਬ ਹੋ ਗਿਆ ਸੀ? ਉਸ ਨੂੰ ਆਸਮਾਨ ਨਿਗਲ ਗਿਆ ਸੀ ਜਾਂ ਫਿਰ ਸਮੁੰਦਰ? ਆਖਿਰ ਉਹ 239 ਯਾਤਰੀ ਕਿੱਥੇ ਗਾਇਬ ਹੋ ਗਏ? ਤਾਂ ਇਸ ਵੀਡੀਓ ਰਾਹੀਂ ਆਪਾਂ ਗੱਲ ਕਰਾਂਗੇ 21ਵੀਂ ਸਦੀ ਦੀ ਉਹ ਸਭ ਤੋਂ ਵੱਡੀ ਰਹੱਸਮਈ ਘਟਨਾ ਦੇ ਬਾਰੇ। ਤਾਂ ਚਲਿਏ ਸ਼ੁਰੂ ਕਰਦੇ ਹਾਂ। ਜੇਕਰ ਤੁਸੀਂ ਚੈਨਲ ਵਿੱਚ ਨਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ, ਜਿਸ ਨਾਲ ਤੁਹਾਨੂੰ ਚੈਨਲ ਦੀ ਨਵੀਂ ਅਪਡੇਟਸ ਮਿਲਦੀਆਂ ਰਹਿਣ। ਮਲੇਸ਼ੀਆ 에ਅਰਲਾਈਨ ਫਲਾਈਟ 370 ਉਹ ਦੋ ਫਲਾਈਟਾਂ ਵਿੱਚੋਂ ਇੱਕ ਹੈ ਜੋ ਕੋਲਾਲੰਪੁਰ ਤੋਂ ਬੀਜਿੰਗ ਲਈ ਰੋਜ਼ਾਨਾ ਉਡਾਨ ਭਰਦੀ ਹੈ। 8 ਮਾਰਚ 2014 12:35 ਰੋਜ਼ ਦੇ ਵਾਂਗ ਫਲਾਈਟ MH370 ਕੋਲਾਲੰਪੁਰ ਤੋਂ ਬੀਜਿੰਗ ਲਈ ਉਡਾਨ ਭਰਦੀ ਹੈ। ਟੋਟਲ 227 ਯਾਤਰੀਆਂ ਦੇ ਨਾਲ 12 ਕ੍ਰਿਊ ਮੈਂਬਰ ਦੇ ਨਾਲ ਇਹ ਫਲਾਈਟ ਮਲੇਸ਼ੀਆ 에ਅਰਲਾਈਨਸ ਤੋਂ ਟੇਕ ਆਫ ਕਰਦੀ ਹੈ। ਬੀਜਿੰਗ ਦੀ ਦੂਰੀ ਲਗਭਗ 6 ਘੰਟਿਆਂ ਵਿੱਚ ਪੂਰੀ ਹੋਣੀ ਸੀ ਤੇ ਸਵੇਰੇ 6:30 ਵਜੇ ਬੀਜਿੰਗ ਏਅਰਪੋਰਟ 'ਤੇ ਪਹੁੰਚਣਾ ਸੀ ਇਹ ਜਹਾਜ਼। ਜਦੋਂ ਫਲਾਈਟ ਨੇ ਟੇਕ ਆਫ ਕੀਤਾ ਤਾਂ ਉਸ ਵਿੱਚ 49,100 ਕਿਲੋਗ੍ਰਾਮ ਫਿਊਲ ਸੀ, ਜਿਸ ਨਾਲ ਇਹ ਜਹਾਜ਼ 7 ਘੰਟੇ 41 ਮਿੰਟ ਤੱਕ ਉਡਾਨ ਭਰ ਸਕਦਾ ਸੀ। ਇਹ ਬੀਜਿੰਗ ਪਹੁੰਚਣ ਤੋਂ ਕਈ ਜ਼ਿਆਦਾ ਸੀ, ਜਿਹਦਾ ਕਿ ਕੋਈ ਐਮਰਜੈਂਸੀ ਵਿੱਚ ਉਪਯੋਗ ਕਰ ਸਕਦੇ ਸੀ। ਮੌਸਮ ਵੀ ਬਿਲਕੁਲ ਸਾਫ਼ ਸੀ। ਜਹਾਜ਼ 11 ਸਾਲ ਪੁਰਾਣਾ ਸੀ ਤੇ ਪਿਛਲੇ 11 ਸਾਲਾਂ ਵਿੱਚ ਜਹਾਜ਼ ਵਿੱਚ ਕੋਈ ਵੀ ਮਕੈਨੀਕਲ ਇਸ਼ੂ ਨਹੀਂ ਆਇਆ ਸੀ। ਇਹ ਫਲਾਈਟ 12 ਲੋਕਾਂ ਦੁਆਰਾ ਆਪਰੇਟ ਕੀਤਾ ਜਾਣਾ ਸੀ। ਇਹ 12 ਕ੍ਰਿਊ ਮੈਂਬਰ ਮਲੇਸ਼ੀਆ ਦੇ ਹੀ ਰਹਿਣ ਵਾਲੇ ਸਨ, ਜਿਨ੍ਹਾਂ ਵਿੱਚੋਂ 2 ਪਾਇਲਟ ਸਨ। ਜਹਾਜ਼ ਦੇ ਕਪਤਾਨ ਜ਼ਹਿਰੀ ਅਹਿਮਦ ਸ਼ਾਹ, ਉਹਨਾਂ ਦੀ ਉਮਰ 53 ਸਾਲ ਸੀ ਤੇ ਉਹਨਾਂ ਨੇ 1981 ਵਿੱਚ ਜੁਆਇਨ ਕੀਤਾ ਸੀ। ਉਹਨਾਂ ਨੂੰ ਫਲਾਈਟ ਦਾ ਐਕਸਪੀਰੀਅੰਸ 18,000 ਘੰਟੇ ਸੀ। ਜਹਾਜ਼ ਦਾ ਕੋ ਪਾਇਲਟ 27 ਸਾਲ ਦਾ ਫਾਰਿਕ ਅਬਦੁਲ ਆਮਿਰ ਸੀ, ਜਿਹਨੇ 2007 ਵਿੱਚ ਜੁਆਇਨ ਕੀਤਾ ਤੇ ਉਹਨੂੰ 27,000 ਘੰਟਿਆਂ ਦਾ ਫਲਾਈਟ ਐਕਸਪੀਰੀਅੰਸ ਸੀ। ਟੇਕ ਆਫ ਤੋਂ 38 ਮਿੰਟ ਬਾਅਦ ਜਦੋਂ ਜਹਾਜ਼ ਸਾਊਥ ਚਾਈਨਾ ਓਸ਼ੀਅਨ ਦੇ ਉੱਪਰੋਂ ਲੰਘ ਰਿਹਾ ਸੀ ਤਾਂ ਉਦੋਂ MH370 ਦੀ ਏਅਰ ਟ੍ਰੈਫਿਕ ਦੇ ਨਾਲ ਆਖਰੀ ਗੱਲ ਹੋਈ। ਏਅਰ ਟ੍ਰੈਫਿਕ ਕੰਟਰੋਲ ਨਾਲ ਗੱਲਬਾਤ ਹੋਣ ਦੇ 2-3 ਮਿੰਟ ਬਾਅਦ ਹੀ ਅਚਾਨਕ ਜਹਾਜ਼ ਦਾ ਸੰਪਰਕ ਟੁੱਟ ਗਿਆ ਤੇ ਰਡਾਰ ਤੋਂ ਸੰਪਰਕ ਟੁੱਟਣ ਦਾ ਕਾਰਨ ਜਹਾਜ਼ ਵਿੱਚ ਲੱਗਿਆ ਟਰਾਂਸਪੌਂਡਰ ਸੀ, ਜਿਸ ਦਾ ਕੰਮ ਕਰਨਾ ਬੰਦ ਹੋ ਗਿਆ ਸੀ। ਟਰਾਂਸਪੌਂਡਰ ਇੱਕ ਇਹੋ ਜਿਹਾ ਡਿਵਾਈਸ ਹੈ ਜਿਸ ਨਾਲ ਸਿਗਨਲ ਰਿਸੀਵ ਕੀਤਾ ਜਾਂਦਾ ਹੈ ਤੇ ਟਰਾਂਸਮਿਟ ਕੀਤਾ ਜਾਂਦਾ ਹੈ। ਆਸਮਾਨ ਵਿੱਚ ਨਾ ਹੀ ਕੋਈ ਬੱਦਲ ਸੀ ਤੇ ਨਾ ਹੀ ਕੋਈ ਤੂਫਾਨ ਸੀ, ਸਭ ਕੁਝ ਬਿਲਕੁਲ ਸਾਫ਼ ਸੀ। ਆਮ ਤੌਰ 'ਤੇ ਟਰਾਂਸਪੌਂਡਰ ਦਾ ਇੱਕਦਮ ਕੰਮ ਕਰਨਾ ਬੰਦ ਨਹੀਂ ਹੋ ਸਕਦਾ। ਜਹਾਜ਼ ਨੂੰ ਲੱਭਣ ਲਈ ਉੱਧਰ ਇੱਕ ਰੈਸਕਿਊ ਟੀਮ ਭੇਜੀ ਗਈ, ਜਿੱਥੇ ਜਹਾਜ਼ ਦੀ ਏਅਰ ਟ੍ਰੈਫਿਕ ਕੰਟਰੋਲ ਨਾਲ ਆਖਰੀ ਗੱਲ ਹੋਈ ਸੀ ਤੇ ਉਹਨਾਂ ਦੀ ਖੋਜਬੀਨ ਤੋਂ ਵੀ ਕੋਈ ਸੁਰਾਖ ਨਹੀਂ ਮਿਲਿਆ। ਘਟਨਾ ਦੇ 3 ਦਿਨ ਬਾਅਦ ਪਤਾ ਚੱਲਿਆ, ਭਾਵੇਂ ਜਹਾਜ਼ ਦਾ ਟਰਾਂਸਪੌਂਡਰ ਬੰਦ ਹੋ ਗਿਆ ਸੀ, ਭਾਵੇਂ ਏਅਰ ਟ੍ਰੈਫਿਕ ਕੰਟਰੋਲ ਨਾਲ ਗੱਲ ਹੋਣੀ ਬੰਦ ਹੋ ਗਈ, ਪਰ ਅਗਲੇ 1 ਘੰਟੇ ਤੱਕ ਮਿਲਟਰੀ ਦੇ ਰਡਾਰ ਸਿਸਟਮ ਨੇ ਉਹ ਜਹਾਜ਼ ਨੂੰ ਟਰੈਕ ਕੀਤਾ ਸੀ। ਮਿਲਟਰੀ ਡਾਟਾ ਤੋਂ ਪਤਾ ਲੱਗਿਆ ਜਹਾਜ਼ ਨੇ ਰਾਈਟ ਟਰਨ ਲਿੱਤਾ ਤੇ ਇੱਕਦਮ ਹੀ ਲੈਫਟ ਟਰਨ ਲਿੱਤਾ ਤੇ ਉਹ ਸਾਊਥ ਵੈਸਟ ਡਾਇਰੈਕਸ਼ਨ ਵੱਲ ਚੱਲਣ ਲੱਗਿਆ। ਕੁਝ ਟਾਈਮ ਬਾਅਦ ਜਹਾਜ਼ ਨੇ ਇੱਕ ਹੋਰ ਟਰਨ ਲਿੱਤਾ ਤੇ ਉਹ ਇੰਡੀਅਨ ਓਸ਼ੀਅਨ ਵੱਲ ਵਧਣ ਲੱਗਿਆ। ਮਲੇਸ਼ੀਅਨ ਮਿਲਟਰੀ ਰਡਾਰ ਸਿਸਟਮ ਜਹਾਜ਼ ਨੂੰ ਉੱਥੇ ਤੱਕ ਹੀ ਟਰੈਕ ਕਰ ਪਾਇਆ ਤੇ ਮਿਲਟਰੀ ਰਡਾਰ ਸਿਸਟਮ ਤੋਂ ਵੀ ਜਹਾਜ਼ ਗਾਇਬ ਹੋ ਗਿਆ। 3 ਦਿਨ ਤੱਕ ਜਹਾਜ਼ ਉੱਥੇ ਲੱਭਿਆ ਗਿਆ ਜਿੱਥੇ ਜਹਾਜ਼ ਗਾਇਬ ਹੀ ਨਹੀਂ ਹੋਇਆ ਸੀ। ਜਦੋਂ ਮਿਲਟਰੀ ਰਡਾਰ ਦਾ ਡਾਟਾ ਸਾਹਮਣੇ ਆਇਆ ਤਾਂ ਲੋਕਾਂ ਦੇ ਦਿਮਾਗ ਵਿੱਚ ਨਏ ਸਵਾਲ ਉੱਠਣ ਲੱਗੇ ਕਿ ਜਹਾਜ਼ ਦਾ ਟਰਾਂਸਪੌਂਡਰ ਅਚਾਨਕ ਕਿਉਂ ਬੰਦ ਹੋ ਗਿਆ ਤੇ ਜਹਾਜ਼ ਦਾ ਟਰਾਂਸਪੌਂਡਰ ਬੰਦ ਹੋਣ ਤੋਂ ਬਾਅਦ ਜਹਾਜ਼ ਨੇ ਆਪਣੀ ਦਿਸ਼ਾ ਕਿਉਂ ਬਦਲ ਲਿੱਤੀ ਸੀ। ਕੀ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ? ਕਿ ਇਹ ਪਾਇਲਟ ਨੇ ਜਾਣ-ਬੁੱਝ ਕੇ ਇੱਦਾਂ ਦਾ ਕੀਤਾ ਸੀ? ਤੇ ਤੁਹਾਨੂੰ ਦੱਸ ਦਈਏ ਕਿ ਜਹਾਜ਼ ਦੇ ਟਰਾਂਸਪੌਂਡਰ ਨੂੰ ਪਾਇਲਟ ਦੇ ਇਲਾਵਾ ਕੋਈ ਨਹੀਂ ਬੰਦ ਕਰ ਸਕਦਾ। ਰੈਸਕਿਊ ਟੀਮ ਲਈ ਹੁਣ ਇਹ ਨਈ ਚੁਣੌਤੀ ਬਣ ਗਈ ਸੀ, ਕਿਉਂਕਿ ਉਹਨਾਂ ਨੂੰ ਬੰਗਾਲ ਦੀ ਖਾੜੀ ਤੋਂ ਇੰਡੀਅਨ ਓਸ਼ੀਅਨ ਤੱਕ ਉਸ ਜਹਾਜ਼ ਨੂੰ ਲੱਭਣਾ ਸੀ, ਜੋ ਕਿ ਆਸਾਨ ਕੰਮ ਨਹੀਂ ਸੀ। ਹਰ ਰੋਜ਼ ਕਈ ਦੇਸ਼ ਮਿਲ ਕੇ ਉਹ ਜਹਾਜ਼ ਨੂੰ ਲੱਭਣ ਲੱਗ ਜਾਂਦੇ ਸਨ,
ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਤੇ ਰੈਸਕਿਊ ਟੀਮ ਦਾ ਇਹ ਕਹਿਣਾ ਸੀ ਜੇ ਪਲੇਨ ਕ੍ਰੈਸ਼ ਹੋਇਆ ਹੋਵੇ ਤਾਂ ਉਹਦਾ ਕੁਛ ਮਲਬਾ ਪਾਣੀ ਦੇ ਉੱਪਰ ਤੈਰ ਸਕਦਾ ਸੀ, ਪਰ ਇਹੋ ਜਿਹਾ ਕੁਛ ਨਹੀਂ ਦਿਖਿਆ। ਕਈ ਦਿਨ ਸਮੁੰਦਰ ਦੀ ਛਾਣਬੀਨ ਕਰਨ ਤੋਂ ਬਾਅਦ ਵੀ ਜਹਾਜ਼ ਦਾ ਕੋਈ ਸੁਰਾਖ ਨਹੀਂ ਮਿਲਿਆ। ਘਟਨਾ ਦੇ 16 ਦਿਨ ਬਾਅਦ ਜਹਾਜ਼ ਦੀ ਖੋਜਕਰਤਾਵਾਂ ਦੇ ਹੱਥ ਇੱਕ ਨਈ ਜਾਣਕਾਰੀ ਹੱਥ ਲੱਗੀ। ਭਾਵੇਂ ਜਹਾਜ਼ ਮਿਲਟਰੀ ਰਡਾਰ ਸਿਸਟਮ ਤੋਂ ਬਾਹਰ ਹੋ ਗਿਆ ਹੋਵੇ, ਪਰ ਲੇਕਿਨ ਸੈਟੇਲਾਈਟ ਦੇ ਸੰਪਰਕ ਵਿੱਚ ਸੀ। ਸੈਟੇਲਾਈਟ ਡਾਟਾ ਤੋਂ ਪਤਾ ਲੱਗਿਆ ਜਹਾਜ਼ ਮਿਲਟਰੀ ਰਡਾਰ ਦੇ ਸੰਪਰਕ ਤੋਂ ਬਾਅਦ ਵੀ ਉਹਨੇ ਇੱਕ ਵਾਰੀ ਹੋਰ ਟਰਨ ਲਿੱਤਾ ਸੀ ਤੇ ਉਹ ਇਸ ਦਿਸ਼ਾ ਵੱਲ ਅਗਲੇ 5 ਘੰਟੇ ਤੱਕ ਉੱਡਦਾ ਰਿਹਾ ਤੇ ਇਹ ਉਦੋਂ ਤੱਕ ਉੱਡਦਾ ਰਿਹਾ ਜਦੋਂ ਤੱਕ ਇਸ ਦਾ ਫਿਊਲ ਖਤਮ ਨਹੀਂ ਹੋ ਗਿਆ। ਸੈਟੇਲਾਈਟ ਦੇ ਡਾਟਾ ਅਨੁਸਾਰ ਜਹਾਜ਼ ਆਸਟ੍ਰੇਲੀਆ ਦੇ ਨੇੜੇ ਤੇੜੇ ਵਿਸ਼ਾਲ ਸਮੁੰਦਰ ਵਿੱਚ ਖੋ ਚੁੱਕਿਆ ਸੀ। ਰੈਸਕਿਊ ਟੀਮ ਨੇ ਸਮੁੰਦਰ ਵਿੱਚ ਵੀ ਖੋਜ ਕੀਤੀ, ਪਰ ਰਿਜ਼ਲਟ ਪਹਿਲਾਂ ਵਾਂਗ ਹੀ ਕੁਝ ਨਹੀਂ ਮਿਲਿਆ। ਘਟਨਾ ਦੇ 1 ਸਾਲ ਬਾਅਦ ਜੁਲਾਈ 2015 ਵਿੱਚ ਸਰਚ ਏਰੀਏ ਤੋਂ 4000 ਕਿਲੋਮੀਟਰ ਦੂਰ ਇੱਕ ਛੋਟੇ ਜਿਹੇ ਟਾਪੂ ਵਿੱਚ ਇਸ ਜਹਾਜ਼ ਦਾ ਛੋਟਾ ਜਿਹਾ ਟੁਕੜਾ ਮਿਲਿਆ ਜੋ ਇਸ ਜਹਾਜ਼ ਦਾ ਵਿੰਗ ਫਲੈਪਟੋਨ ਥਾ। ਲਗਭਗ 3 ਸਾਲ ਤੱਕ ਜਹਾਜ਼ ਦੀ ਖੋਜ ਹੁੰਦੀ ਰਹੀ। 17 ਜਨਵਰੀ 2017 ਵਿੱਚ ਇਸ ਦੀ ਖੋਜ ਨੂੰ ਬੰਦ ਕਰ ਦਿੱਤਾ ਗਿਆ ਸੀ। ਆਖਿਰ ਇਹੋ ਜਿਹਾ ਕੀ ਕਾਰਨ ਸੀ ਜੋ ਜਹਾਜ਼ ਆਪਣੀ ਮੰਜ਼ਿਲ 'ਤੇ ਨਾ ਜਾ ਕੇ ਕਿਤੇ ਹੋਰ ਗਾਇਬ ਹੋ ਗਿਆ? ਆਖਰ ਕੀ ਸੀ MH370 ਦੇ ਗਾਇਬ ਹੋਣ ਦਾ ਰਹੱਸ? ਜਹਾਜ਼ ਦੇ ਗਾਇਬ ਹੋਣ ਤੋਂ ਬਾਅਦ ਅਲੱਗ-ਅਲੱਗ ਥਿਊਰੀਆਂ ਸਾਹਮਣੇ ਆਈਆਂ। ਉਹਨਾਂ ਜਾਣਕਾਰੀਆਂ ਵਿੱਚੋਂ ਫੇਕ ਪਾਸਪੋਰਟ ਹੋਲਡਰ ਵੀ ਸੀ। ਜਹਾਜ਼ ਵਿੱਚ ਬੈਠੇ ਹੋਏ ਯਾਤਰੀਆਂ ਦੀ ਜਦੋਂ ਤਹਿਕੀਕਾਤ ਕੀਤੀ ਗਈ ਤਾਂ ਪਾਇਆ ਗਿਆ ਕਿ ਉਹਨਾਂ ਵਿੱਚੋਂ 2 ਬੰਦੇ ਇਹੋ ਜਿਹੇ ਸੀ ਜੋ ਚੋਰੀ ਦੇ ਫੇਕ ਪਾਸਪੋਰਟ ਲੈ ਕੇ ਚੜ੍ਹੇ ਸਨ। ਦੋਨੋਂ ਵਿਅਕਤੀ ਈਰਾਨ ਦੇ ਰਹਿਣ ਵਾਲੇ ਸੀ। ਠੀਕ ਘਟਨਾ ਦੇ 1 ਹਫ਼ਤੇ ਪਹਿਲਾਂ ਮਲੇਸ਼ੀਆ ਵਿੱਚ ਆਏ ਸਨ ਤੇ ਉਹ ਦੋਨਾਂ ਨੇ ਹੀ ਕੋਲਾਲੰਪੁਰ ਤੋਂ ਬੀਜਿੰਗ ਲਈ ਵਨ ਵੇ ਦੀ ਟਿਕਟ ਖਰੀਦੀ ਸੀ। ਇਹੋ ਜਿਹਾ ਮੰਨਿਆ ਜਾਂਦਾ ਹੈ ਕਿ ਉਹ ਦੋਨਾਂ ਨੇ ਜਹਾਜ਼ MH370 ਨੂੰ ਹਾਈਜੈਕ ਕੀਤਾ ਹੈ। ਕੁਛ ਟਾਈਮ ਬਾਅਦ ਉਹ ਗੱਲ ਵੀ ਫਿੱਕੀ ਪੈ ਗਈ ਸੀ। ਜਦੋਂ ਉਹ 2 ਵਿਅਕਤੀਆਂ ਦੀ ਹੋਰ ਤਹਿਕੀਕਾਤ ਕੀਤੀ ਗਈ ਤਾਂ ਕੋਈ ਇਹੋ ਜਿਹਾ ਸਬੂਤ ਨਹੀਂ ਮਿਲਿਆ ਕਿ ਉਹ ਟੈਰਰਿਸਟ ਹਨ। ਜੇਕਰ ਜਹਾਜ਼ ਨੂੰ ਹਾਈਜੈਕ ਕੀਤਾ ਹੁੰਦਾ ਤਾਂ ਟੈਰਰਿਸਟ ਆਰਗੇਨਾਈਜੇਸ਼ਨ ਨੇ ਆਪਣੀ ਮੰਗ ਤਾਂ ਜ਼ਰੂਰ ਰੱਖੀ ਹੁੰਦੀ। ਬਾਅਦ ਵਿੱਚ ਇਹੋ ਜਿਹਾ ਮੰਨਿਆ ਜਾਣ ਲੱਗਿਆ ਕਿ ਜਹਾਜ਼ ਦੇ ਕ੍ਰਿਊ ਮੈਂਬਰ ਨੇ ਹੀ ਜਹਾਜ਼ ਨੂੰ ਹਾਈਜੈਕ ਕਰ ਲਿਆ ਤੇ ਟਰਾਂਸਪੌਂਡਰ ਨੂੰ ਬੰਦ ਕਰ ਦਿੱਤਾ ਤਾਂ ਕਿ ਉਹ ਜਹਾਜ਼ ਨੂੰ ਟਰੈਕ ਨਾ ਕਰ ਸਕਣ। ਇਸ ਕੇਸ ਦੇ ਪ੍ਰਾਈਮ ਸਸਪੈਕਟ ਜਹਾਜ਼ ਦੇ ਕਪਤਾਨ ਜੈਰੀ ਅਹਿਮਦ ਸ਼ਾਹ, ਜਿਨ੍ਹਾਂ ਦੀ ਪਿਛਲੀ ਜ਼ਿੰਦਗੀ ਬਾਰੇ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਇਹੋ ਜਿਹੀ ਕੋਈ ਵਜ੍ਹਾ ਨਹੀਂ ਸੀ ਜੋ ਜੈਰੀ ਸ਼ਾਹ ਨੂੰ ਜਹਾਜ਼ ਹਾਈਜੈਕ ਕਰਨਾ ਪਵੇ ਤੇ ਨਾ ਹੀ ਉਹਨਾਂ ਨੂੰ ਕੋਈ ਮਾਨਸਿਕ ਬਿਮਾਰੀ ਸੀ। ਤੇ ਨਾਲ ਹੀ ਉਹਨਾਂ ਦੇ ਬਾਕੀ ਕ੍ਰਿਊ ਮੈਂਬਰ ਦੀ ਵੀ ਜਾਂਚ ਪੜਤਾਲ ਕੀਤੀ ਗਈ, ਪਰ ਕਿਸੇ ਦੇ ਖਿਲਾਫ ਕੋਈ ਹਾਈਜੈਕ ਦਾ सबूत नहीं मिला। अमेरिकन इंटैलीजेंस ऑफिसर का मानना है कि इंडियन ओशन ਵੱਲ ਟਰਨ ਕਰਨ ਲੱਗੇ ਪਹਿਲਾਂ ਹੀ ਜਹਾਜ਼ ਨੂੰ ਕਿਸੇ ਨੇ ਆਟੋ ਪਾਇਲਟ ਮੋਡ ਤੇ ਕਰ ਦਿੱਤਾ ਸੀ ਤੇ ਨਾਲ ਹੀ ਟਰਾਂਸਪੌਂਡਰ ਨੂੰ ਵੀ ਕਿਸੇ ਨੇ ਮੈਨੂਅਲੀ ਬੰਦ ਕਰਤਾ ਤੇ ਇਸ ਥਿਊਰੀ ਦੀ ਸਪੋਰਟ ਵਿੱਚ ਵੀ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਨਾਲ ਇਹ ਸਾਬਿਤ ਹੋਵੇ ਕਿ ਇਹੋ ਜਿਹਾ ਕੁਝ ਹੋਇਆ ਸੀ। ਬਾਅਦ ਵਿੱਚ ਅਜੀਬੋ ਗਰੀਬੋ ਥਿਊਰੀਆਂ ਸਾਹਮਣੇ ਆਈਆਂ ਜਿਸ ਵਿੱਚ ਏਲੀਅਨ ਦੁਆਰਾ ਜਹਾਜ਼ ਦਾ ਅਪਹਰਨ ਕਰਨਾ ਜਾਂ ਜਹਾਜ਼ ਦਾ ਦੂਸਰੀ ਡਾਇਮੈਂਸ਼ਨ ਵਿੱਚ ਚਲੇ ਜਾਣਾ ਜਾਂ ਫਿਰ ਪੈਰਲਲ ਯੂਨੀਵਰਸ ਵਿੱਚ ਚਲੇ ਜਾਣਾ। ਇਹਨਾਂ ਸਾਰੀ ਥਿਊਰੀਆਂ ਦੇ ਉੱਤੇ ਇੱਕ ਥਿਊਰੀ ਭਾਰੀ ਪੈ ਰਹੀ ਸੀ ਕਿ ਕਿਸੇ ਕਾਰਨ ਜਹਾਜ਼ ਵਿੱਚ ਅੱਗ ਲੱਗ ਗਈ ਹੋਵੇ ਤੇ ਉਸ ਜਹਾਜ਼ ਨੂੰ ਵਾਪਸ ਮਲੇਸ਼ੀਆ ਵੱਲ ਲੈ ਗਏ ਹੋਣ ਤੇ ਸਭ ਤੋਂ ਨੇੜਲੇ ਏਅਰਪੋਰਟ ਤੇ ਇਸ ਜਹਾਜ਼ ਨੂੰ ਐਮਰਜੈਂਸੀ ਲੈਂਡ ਕਰਾਇਆ ਜਾ ਸਕੇ। ਅੱਗ ਲੱਗਣ ਦੇ ਕਾਰਨ ਜਹਾਜ਼ ਵਿੱਚ ਪਾਵਰ ਫਲਕਚੁਏਸ਼ਨ ਹੋਇਆ ਹੋਵੇ ਜਿਹਦੇ ਨਾਲ ਕਮਿਊਨੀਕੇਸ਼ਨ ਬੰਦ ਹੋ ਗਏ ਹੋਣ। ਪਰ ਇਸ ਥਿਊਰੀ ਦੇ ਉੱਤੇ ਵੀ ਸਵਾਲ ਉੱਠਦੇ ਰਹੇ। ਜੇਕਰ ਜਹਾਜ਼ ਨੂੰ ਅੱਗ ਲੱਗੀ ਹੁੰਦੀ ਤਾਂ ਜਹਾਜ਼ ਨੂੰ ਮਲੇਸ਼ੀਆ ਦੇ ਏਅਰਪੋਰਟ ਉੱਤੇ ਲੈਂਡ ਕਿਉਂ ਨਹੀਂ ਕਰਾਇਆ ਗਿਆ? ਫਲਾਈਟ ਮਲੇਸ਼ੀਆ ਦੇ ਉੱਪਰ ਕਿਉਂ ਉੱਡਦੀ ਰਹੀ ਤੇ ਬਾਅਦ ਵਿੱਚ ਇੰਡੀਅਨ ਓਸ਼ੀਅਨ ਵੱਲ ਕਿਉਂ ਟਰਨ ਲਿੱਤਾ? ਜੇਕਰ ਫਲਾਈਟ ਨੂੰ ਇੰਡੀਅਨ ਓਸ਼ੀਅਨ ਵਿੱਚ ਹੀ ਕ੍ਰੈਸ਼ ਕਰਵਾਉਣਾ ਸੀ ਤਾਂ ਇਹ ਅਗਲੇ 5 ਘੰਟੇ ਤੱਕ ਕਿਉਂ ਉੱਡਦੀ ਰਹੀ ਜਦੋਂ ਤੱਕ ਇਹਦਾ ਫਿਊਲ ਖਤਮ ਨਹੀਂ ਹੋ ਗਿਆ? ਕਾਸ਼ MH370 ਦਾ ਮਲਬਾ ਹੀ ਮਿਲਿਆ ਹੁੰਦਾ ਜਿਹਦੇ ਨਾਲ ਪਤਾ ਲੱਗ ਜਾਂਦਾ ਕਿ ਜਹਾਜ਼ ਨਾਲ ਹੋਇਆ ਕੀ ਸੀ। ਲੇਕਿਨ ਅਫਸੋਸ ਕੋਈ ਨਹੀਂ ਜਾਣਦਾ ਉਸ ਰਾਤ 239 ਲੋਕਾਂ ਨਾਲ ਕੀ ਹੋਇਆ। ਕੀ ਕਦੇ MH370 ਦੇ ਰਹੱਸੇ ਤੋਂ
ਪਰਦਾ ਉੱਠੂਗਾ। ਦੋਸਤੋ, ਤੁਹਾਡੇ ਕੀ ਵਿਚਾਰ ਨੇ, ਨੀਚੇ ਕਮੈਂਟ ਕਰਕੇ ਦੱਸੋ। ਤੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਣਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ।